ਦੋਸਤੋ ਅਮਰੀਕਾ 'ਚ ਇੱਕ ਚੀਜ਼ ਐਸੀ ਹੈ ਕਿ ਜੇ ਅਗਰ ਤੁਹਾਡੇ ਕੋਲ ਨਹੀਂ ਹੈਗੀ ਤੇ ਫਿਰ ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਹੀ ਮੁਸ਼ਕਲਾਂ ਨੇ। ਉਹ ਚੀਜ਼ ਕੀ ਹੈ? ਉਹ ਕਿਸ ਨਾਲ ਹਾਸਿਲ ਕਰਨੀ ਹੈ? ਪੈਸੇ ਨਾਲ ਕਿਸ ਨਾਲ ਮਿਲੇਗੀ? ਫ੍ਰੀ ਕਿਸ ਨਾਲ ਮਿਲੇਗੀ? ਸਾਰੀਆਂ ਆਪਸ਼ਨਾਂ ਇਸ ਵੀਡੀਓ 'ਚ ਦੱਸਾਂਗਾ। ਔਰ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਵਾਸਤੇ ਤੇ ਇਹ ਵੀਡੀਓ ਬਹੁਤ ਹੀ ਕੀਮਤੀ ਹੈ। ਚੈਨਲ ਨੂੰ ਪਲੀਜ਼ ਫੋਲੋ ਕਰ ਲੈਣਾ, ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਔਰ ਕੋਈ ਕਮੈਂਟ ਕਰ ਦੇਣਾ। ਦੋਸਤੋ ਜਦੋਂ ਮੈਂ ਅਮਰੀਕਾ ਆਇਆ, ਇੱਕ ਗੋਰੇ ਨੇ ਮੈਨੂੰ ਇਹ ਸਬਕ ਸਿਖਾਇਆ ਸੀ। ਉਹਨੇ ਕਿਹਾ ਕਿ ਅਮਰੀਕਾ 'ਚ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਮੈਡੀਕਲ ਇੰਸ਼ੋਰੈਂਸ ਹੈ। ਹੁਣ ਜ਼ਰਾ ਸੋਚੋ, ਬਿਮਾਰੀ ਸਭ ਨਾਲ ਲੱਗੀ ਹੈ। ਅਗਰ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤੇ ਅਮਰੀਕਾ 'ਚ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਇਸ ਹਫਤੇ ਦੀ ਦੇ ਦਿੰਦਾ। ਜਦੋਂ ਮੈਂ ਹਸਪੀਟਲ ਦਾਖਲ ਸਾਂ, 5 ਘੰਟੇ ਵਾਸਤੇ ਮੇਰਾ ਜਿਹੜਾ ਪ੍ਰੋਸੀਜਰ ਹੋਇਆ, $9,500 ਬਿੱਲ ਦਿੱਤਾ ਉਹਨਾਂ ਮੈਨੂੰ। $9,500 ਮੈਂ ਪੇ ਤਾਂ ਨਹੀਂ ਕਰਨਾ ਸੀ, ਪੇ ਤਾਂ ਮੇਰੀ ਇੰਸ਼ੋਰੈਂਸ ਨਹੀਂ ਕਰਨਾ ਸੀ, ਲੇਕਿਨ ਤੁਹਾਡੇ ਰੈਕਡ ਵਾਸਤੇ ਤੁਹਾਨੂੰ ਦਿੰਦੇ ਨੇ। ਅਗਰ ਮੈਨੂੰ ਪੇ ਕਰਨਾ ਪੈ ਜਾਂਦਾ ਮੈਂ ਕਿਸ ਤਰ੍ਹਾਂ ਕਰਦਾ? ਮੇਰੇ ਕੋਲ ਬੇਤਹਾਸ਼ਾ ਲੋਕ ਨੇ ਜਿਹੜੇ ਆਉਂਦੇ ਨੇ, ਜੀ 13,000 ਬਿੱਲ ਦੇ ਦਿੱਤਾ, 14,000 ਦੇ ਦਿੱਤਾ, 12,000। ਬੰਦਾ ਕਿੱਥੋਂ ਪੇ ਕਰੇ? ਕਿਉਂਕਿ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ। ਤੇ ਇੰਸ਼ੋਰੈਂਸ ਦੀਆਂ ਹੁਣ ਕੀ ਆਪਸ਼ਨਾਂ ਨੇ ਉਹ ਮੈਂ ਸਾਰੀਆਂ ਤੁਹਾਨੂੰ ਦੱਸਣ ਲੱਗਾ ਵਾਂ। ਇਹ 'ਚੋਂ ਜਿਹੜੀ ਤੁਹਾਨੂੰ ਫਿਰ ਤੁਹਾਡੇ ਵਾਸਤੇ ਹੈਗੀ ਹੈ ਉਹ ਤੁਸੀਂ ਲੈ ਸਕਦੇ ਹੋ। ਪਹਿਲੀ ਆਪਸ਼ਨ ਅਮਰੀਕਾ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜੌਬ ਦੀ ਆਪਸ਼ਨ। ਜੌਬ ਦੇ ਥਰੂ ਇੰਪਲੋਇਰ ਤੁਹਾਨੂੰ ਇੰਸ਼ੋਰੈਂਸ ਦਿੰਦਾ। 50% ਤਕਰੀਬਨ ਅਮਰੀਕਨ ਜਿਹੜੇ ਨਾ ਉਹ ਨੌਕਰੀ ਦੇ ਥਰੂ, ਜੌਬ ਦੇ ਥਰੂ ਮੈਡੀਕਲ ਇੰਸ਼ੋਰੈਂਸ ਲੈਂਦੇ ਨੇ। ਹੁਣ ਉਹਦੇ 'ਚ ਕੀ ਤਰੀਕਾਕਾਰ ਹੁੰਦਾ ਕਿ ਤੁਹਾਡਾ ਕੁਛ ਹਿੱਸਾ ਤੁਸੀਂ ਦੇਣਾ ਹੁੰਦਾ, ਬਾਕੀ ਸਾਰੀ ਉਹ ਤੁਹਾਡੀ ਜੌਬ ਵਾਲਾ ਦਿੰਦਾ। ਜਿਹੜਾ ਤੁਸੀਂ ਸੁਣਦੇ ਹੋ ਨਾ ਉਹ ਜੀ ਬੈਨੀਫਿਟ ਕੀ ਹੈਗੇ ਨੇ ਜੌਬ 'ਚ, ਬੈਨੀਫਿਟ ਕੀ ਨੇ? ਉਹ 'ਚ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਜੇ ਮੈਡੀਕਲ ਦਾ, ਕਿਉਂਕਿ ਤੁਹਾਡੀ ਫੈਮਿਲੀ ਨੂੰ ਵੀ ਨਾਲ ਮਿਲਦੀ ਹੈ। ਤੇ ਇਹ ਸਭ ਤੋਂ ਅੱਛਾ। ਹੁਣ ਤੁਸੀਂ ਕਹਿੰਦੇ ਨਹੀਂ ਯਾਰ ਮੇਰੇ ਕੋਲ ਤਾਂ ਜੌਬ ਹੀ ਨਹੀਂ ਇਹੋ ਜਿਹੀ ਹੈਗੀ। ਇੱਕ ਤਾਂ ਮੈਂ ਨਵਾਂ ਆਇਆ, ਦੂਜਾ ਮੈਂ ਪੁਰਾਣਾ ਵੀ ਹਾਂ, ਲੇਕਿਨ ਮੈਂ ਜਿੱਥੇ ਕੰਮ ਕਰਨਾ ਉੱਥੇ ਤਾਂ ਉਹ ਦਿੰਦੇ ਨਹੀਂ ਮੈਡੀਕਲ, ਤੇ ਮੈਂ ਕਿਸ ਨਾਲ ਲਾਂ? ਤੁਹਾਡੇ ਵਾਸਤੇ ਦੂਸਰੀ ਆਪਸ਼ਨ ਓਬਾਮਾ ਕੇਅਰ ਦੇ ਅੰਡਰ ਹੀ ਹੈ ਮਾਰਕੀਟ ਪਲੇਸ। ਮਾਰਕੀਟ ਪਲੇਸ ਕੀ ਹੈ ਕਿ ਤੁਸੀਂ ਜਨਾਬੇ ਵਾਲਾ ਉਹਦੇ 'ਤੇ ਆਪਣੀ ਫੈਮਿਲੀ ਔਰ ਦੇ ਸਾਈਜ਼ ਔਰ ਆਪਣੀ ਇਨਕਮ ਦੇ ਹਿਸਾਬ ਨਾਲ ਇਨਰੋਲਮੈਂਟ ਕਰਵਾਉਣੀ ਹੈ। ਤੁਸੀਂ ਉਹਨਾਂ ਨੂੰ ਪੂਰੀ ਡਿਟੇਲ ਦੇਣੀ ਹੈ। ਉਹ ਤੁਹਾਨੂੰ ਤੁਹਾਡੀ ਫੈਮਿਲੀ ਤੁਹਾਡੀ ਇਨਕਮ ਦੇ ਹਿਸਾਬ ਨਾਲ ਇੱਕ ਪੈਕੇਜ ਬਣਾ ਦੇਣਗੇ ਕਿ ਮਹੀਨੇ ਦੇ ਤੁਸੀਂ ਇੰਨੇ ਪੈਸੇ ਦੇਣੇ ਨੇ, ਬਾਕੀ ਪੈਸੇ ਗੌਰਮੈਂਟ ਦੇਗੀ। ਇਹ ਵੀ ਬਹੁਤ ਜ਼ਬਰਦਸਤ ਚੀਜ਼ ਹੈਗੀ ਹੈ। 7 ਤੋਂ 8% ਅਮਰੀਕਨ ਨਾਲ ਲੈਂਦੇ ਨੇ। ਇਹਦੇ 'ਚ ਇੱਕ ਥੋੜ੍ਹਾ ਜਿਹਾ ਮਸਲਾ ਹੈਗਾ, ਉਹ ਇਹ ਵੀ ਕਿ ਇਹ ਖੁੱਲ੍ਹਦੀ ਇਨਰੋਲਮੈਂਟ ਵਾਸਤੇ ਸਿਰਫ 1 ਨਵੰਬਰ ਤੋਂ ਲੈ ਕੇ 1 ਨਵੰਬਰ ਤੋਂ 15 ਦਸੰਬਰ ਤੱਕ ਮੋਸਟਲੀ ਸਟੇਟ 'ਚ। ਲੇਕਿਨ ਇਹਦੇ ਕੁਝ ਸਪੈਸ਼ਲ ਇਨਰੋਲਮੈਂਟ ਹੁੰਦੇ ਨੇ, ਜਿਸ ਤਰ੍ਹਾਂ ਕੋਈ ਨਵਾਂ ਆਇਆ ਜਾਂ ਕਿਸੇ ਦੀ ਇਹ ਖਤਮ ਹੋ ਗਈ ਹੈ, ਹੁਣ ਉਹ ਇੱਧਰ ਆਉਣਾ ਚਾਹੁੰਦਾ ਹੈ, ਫਿਰ ਸਪਟੰਬਰ ਦੇ ਵਿੱਚ ਵੀ ਉਹ ਖੋਲ੍ਹ ਦਿੰਦੇ ਨੇ। ਕੁਝ ਇਹਦੇ ਸਪੈਸ਼ਲ ਇਨਰੋਲਮੈਂਟ ਦੇ ਸਿਸਟਮ ਵੀ ਹੈਗੇ ਨੇ ਜਿਹੜੇ ਤੁਸੀਂ ਕਰ ਸਕਦੇ ਹੋਵੇ, ਲੇਕਿਨ ਇੱਕ ਵੀ ਬਹੁਤ ਅੱਛਾ ਸਿਸਟਮ ਹੈ, ਬੜੀ ਸਸਤੀ ਪੈਂਦੀ ਹੈ। ਅਗਲੀ ਜਿਹੜਾ ਸਿਸਟਮ ਹੈ, ਜਿਹੜੀ ਅਗਲੀ ਤੁਸੀਂ ਆਪਸ਼ਨ ਤੁਹਾਡੇ ਕੋਲ ਹੈਗੀ ਹੈ ਉਹ ਹੈਗੀ ਹੈ ਜਨਾਬ ਮੈਡੀਕੇਡ। ਮੈਡੀਕੇਡ ਮੁਕੰਮਲ ਫ੍ਰੀ ਹੈ, ਲੇਕਿਨ ਮੈਡੀਕੇਡ ਕਿਹਨਾਂ ਵਾਸਤੇ ਵੇ? ਲੋ ਇਨਕਮ ਅਮਰੀਕਨ ਵਾਸਤੇ। ਉਹਦੇ 'ਚ ਤੁਹਾਡੀ ਇਨਕਮ ਪਲੱਸ ਤੁਹਾਡੀ ਫੈਮਿਲੀ ਸਾਈਜ਼ ਦੇਖਿਆ ਜਾਂਦਾ ਹੈ। ਹੁਣ ਤੁਸੀਂ ਅਗਰ ਨਵੇਂ ਇਮੀਗ੍ਰੈਂਟ ਹੋ ਤੇ ਫੈਡਰਲ ਦੇ ਕਾਨੂੰਨ ਦੇ ਮੁਤਾਬਕ ਤੇ ਤੁਹਾਨੂੰ ਨਹੀਂ ਮਿਲ ਸਕਦੀ, ਲੇਕਿਨ ਕੁਝ ਸਟੇਟਾਂ ਦਿੰਦੀਆਂ ਨੇ। ਮਗਰ ਉਹ ਸਟੇਟਾਂ ਦੇ ਉੱਤੇ ਵੀ ਤੁਹਾਨੂੰ ਪਤਾ ਇਸ ਟਾਈਮ ਕ੍ਰੈਕਡਾਊਨ ਹੋਇਆ। ਮੈਂ ਤੁਹਾਨੂੰ ਦੱਸਦਾ ਰਹਿਣਾ ਵਾਂ ਕਿ ਕ੍ਰੈਕਡਾਊਨ ਹੋਇਆ ਕਿ ਗੌਰਮੈਂਟ ਇਸ ਟਾਈਮ ਬੜੀ ਸਖਤੀ ਕਰ ਰਹੀ ਹੈ ਕਿ ਕਿਉਂ ਤੁਸੀਂ ਇਹਨਾਂ ਨੂੰ ਫੂਡ ਸਟੈਂਪ ਔਰ ਇਹ ਦੇ ਰਹੇ ਹੋ ਨਵਿਆਂ ਨੂੰ, ਔਰ ਜਿਨ੍ਹਾਂ ਨੂੰ ਦੇ ਰਹੇ ਹੋ ਉਹਨਾਂ ਦਾ ਡਾਟਾ ਵੀ ਲੈ ਰਹੇ ਨੇ, ਪੁਰਾਣਿਆਂ ਦਾ ਡਾਟਾ ਵੀ ਲੈ ਰਹੇ ਨੇ, ਤਾਂ ਕਿ ਇਹਦੇ 'ਤੇ ਸਾਰਾ ਸਖਤੀ ਕੀਤੀ ਜਾ ਸਕੇ, ਇਹਦਾ ਆਡਿਟ ਕੀਤਾ ਜਾ ਸਕੇ। ਔਰ ਇਹਦੇ ਵਾਸਤੇ ਉਹ ਸਾਰੀ ਇਨਫੋਰਮੇਸ਼ਨ ਲੈ ਰਹੇ ਨੇ। ਇਸ ਵਾਸਤੇ ਇਹ ਵੀ ਕੋਈ ਆਸਾਨ ਨਹੀਂ ਹੈਗਾ। ਜਿਹੜੀਆਂ ਸਟੇਟਾਂ ਨਵਿਆਂ ਨੂੰ ਦਿੰਦੀਆਂ ਵੀ ਨੇ ਉਹਨਾਂ ਵਾਸਤੇ ਹੀ ਮੁਸ਼ਕਿਲ ਹੈ, ਬਲਕਿ ਪੁਰਾਣੇ ਦੀ ਵੀ ਮੁਸ਼ਕਿਲ ਹੋਈ ਹੈ। ਲੇਕਿਨ ਇਹ ਇੱਕ ਆਪਸ਼ਨ ਹੈਗੀ ਹੈ। ਅਗਰ ਤੁਸੀਂ ਜ਼ਰੂਰਤਮੰਦ ਹੋ, ਤੁਹਾਡੀ ਲੋ ਇਨਕਮ ਹੈ ਔਰ ਤੁਹਾਡੀ ਫੈਮਿਲੀ ਸਾਈਜ਼ ਇਹੋ ਜਿਹਾ ਅਗਰ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਇਹਨੂੰ ਵੀ ਅਵੇਲ ਤੁਸੀਂ ਕਰ ਸਕਦੇ ਹੋ। ਕਰਨਾ ਚਾਹੀਦਾ ਵੀ ਹੈ। 20% ਅਮਰੀਕਨ ਇਹਨੂੰ ਅਵੇਲ ਕਰਦੇ ਨੇ। ਅਗਲੀ ਚੀਜ਼ ਹੈਗੀ ਮੈਡੀਕੇਅਰ। ਮੈਡੀਕੇਅਰ ਤੁਹਾਨੂੰ ਪਤਾ 65 ਸਾਲ ਤੋਂ ਉੱਤੇ ਵਾਲੇ ਜਿਹੜੇ ਅਮਰੀਕਨ ਨੇ ਜਿਨ੍ਹਾਂ ਨੇ ਆਪਣਾ ਟੈਕਸ ਦਿੱਤਾ ਹੈ ਮੈਡੀਕੇਅਰ ਦਾ ਔਰ ਰਿਟਾਇਰਡ ਨੇ ਜਾਂ 65 ਸਾਲ ਤੋਂ ਉੱਤੇ ਉਮਰ ਦੇ ਹੈਗੇ ਨੇ, ਉਹਨਾਂ ਵਾਸਤੇ ਫ੍ਰੀ ਹੈ। ਕੁਛ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਬਹੁਤੀ ਕੋਪੇ ਦੇਣਾ ਪੈਂਦਾ। ਇਹ ਡਿਪੈਂਡ ਕਰਦਾ ਤੁਹਾਡੀ ਕਿ ਤੁਸੀਂ ਟੈਕਸ ਕਿੰਨਾ ਦਿੱਤਾ, ਕੰਮ ਕੀਤਾ ਹੈ। ਅਗਲੀ ਆਪਸ਼ਨ ਜਿਹੜੀ ਤੁਹਾਡੇ ਕੋਲ ਹੁੰਦੀ ਹੈ ਉਹਦੀ ਪ੍ਰਾਈਵੇਟ ਇੰਸ਼ੋਰੈਂਸ। ਪ੍ਰਾਈਵੇਟ ਇੰਸ਼ੋਰੈਂਸ ਦੇਖੋ, ਕੁਛ ਲੋਕ ਐਸੇ ਨੇ ਜਿਨ੍ਹਾਂ ਦੀ ਆਮਦਨੀ ਜ਼ਿਆਦਾ ਹੈ, ਉਹ ਇਨਰੋਲ ਨਹੀਂ ਕਰਾ ਸਕਦੇ ਆਪਣਾ ਇਹਦੇ 'ਚ ਮਾਰਕੀਟ ਪਲੇਸ 'ਚ, ਅਤੇ ਉਹ ਫਿਰ ਕੀ ਕਰਦੇ ਨੇ, ਉਹ ਪ੍ਰਾਈਵੇਟ ਲੈ ਲੈਂਦੇ ਨੇ। ਕੁਛ ਐਸੇ ਨੇ ਜਿਹਨਾਂ ਨੂੰ ਮਾਰਕੀਟ ਪਲੇਸ ਦੀ ਆਪਸ਼ਨ ਨਹੀਂ ਪਸੰਦ, ਉਹਨਾਂ ਦੇ ਪੈਕੇਜ ਨਹੀਂ ਪਸੰਦ, ਪੈਸੇ ਦੀ ਗੱਲ ਹੈ ਨਾ। ਉਹ ਫਿਰ ਕੀ ਕਰਦੇ ਨੇ, ਉਹ ਕਹਿੰਦੇ ਨਹੀਂ ਯਾਰ ਅਸੀਂ ਲੈਣੀ ਆਪਣੀ ਹੈ। ਅਮੀਰ ਲੋਕ ਜਿਹੜੇ ਨੇ ਉਹ ਆਪਣੀ ਇੰਸ਼ੋਰੈਂਸ ਖਰੀਦਣਾ ਪਸੰਦ ਕਰਦੇ ਨੇ, ਬਿਜ਼ਨਸਮੈਨ ਆਪਣੀ ਇੰਸ਼ੋਰੈਂਸ ਖਰੀਦਣਾ ਪਸੰਦ ਕਰਦੇ ਨੇ, ਉਹ ਫਿਰ ਪ੍ਰਾਈਵੇਟ ਵੱਲ ਜਾਂਦੇ ਨੇ। ਤੁਸੀਂ ਤੁਹਾਡੇ ਕੋਲ ਉਹ ਵੀ ਆਪਸ਼ਨ ਹੈਗੀ, ਸਾਰੇ ਮਹਿੰਗੀ ਆਪਸ਼ਨ ਹੁੰਦੀ ਹੈ, ਲੇਕਿਨ ਉਹ ਵੀ ਇੱਕ ਬੜੀ ਅੱਛੀ ਆਪਸ਼ਨ ਹੈ, ਤੁਸੀਂ ਉਹ ਖਰੀਦ ਸਕਦੇ ਹੋ। ਜ਼ਿਆਦਾਤਰ ਬਿਜ਼ਨਸਮੈਨ ਉਹ ਵਾਲੀ ਆਪਸ਼ਨ ਖਰੀਦਦੇ ਨੇ। ਇਹ ਉਸ ਤੋਂ ਬਾਅਦ ਆ ਗਿਆ ਜਨਾਬੇ ਵਾਲਾ। ਹੁਣ ਤੁਸੀਂ ਕਹਿੰਦੇ ਯਾਰ ਮੈਂ ਤਾਂ ਕਿਧਰੇ ਵੀ ਫਿੱਟ ਨਹੀਂ ਹੁੰਦਾ ਅਤੇ ਮੈਂ ਹੁਣ ਕੀ ਕਰਾਂ, ਮੇਰੇ ਕੋਲ ਤਾਂ ਕੁਛ ਵੀ ਨਹੀਂ ਗਾ। ਅਤੇ ਫਿਰ ਤੁਹਾਡੇ ਵਾਸਤੇ ਹੈਗਾ ਜਨਾਬੇ ਵਾਲਾ 2 ਆਪਸ਼ਨਾਂ। ਇੱਕ ਹੈਗੇ ਨੇ ਫ੍ਰੀ ਕਲੀਨਿਕ, ਹੋਪ ਕਲੀਨਿਕ ਉਹਨਾਂ ਨੂੰ ਕਹਿੰਦੇ ਨੇ। ਜਿਹੜੇ ਸਾਡੇ ਇਲਾਕੇ 'ਚ ਹੈਗੇ ਨੇ ਉਹ ਹੋਪ ਕਲੀਨਿਕ ਨੇ। ਕੁਛ ਸਟੇਟਾਂ 'ਚ ਉਹਨਾਂ ਦਾ ਨਾਂ ਡਿਫਰੈਂਟ ਹੁੰਦਾ। ਉਹ ਮੁਕੰਮਲ ਫ੍ਰੀ ਤੁਹਾਡਾ ਚੈੱਕਅਪ ਕਰਦੇ ਨੇ, ਮੈਡੀਸਨ ਵੀ ਦੇ ਦਿੰਦੇ ਨੇ ਔਰ ਮੁਖਤਲਿਫ ਚੀਜ਼ਾਂ ਤੁਹਾਡੀਆਂ ਫ੍ਰੀ ਕਰਦੇ ਨੇ। ਕੁਛ ਕਮਿਊਨਿਟੀ ਸੈਂਟਰ ਹੁੰਦੇ ਨੇ, ਮੈਡੀਕਲ ਸੈਂਟਰ, ਉਹ ਹਰ ਕਮਿਊਨਿਟੀ 'ਚ ਹੁੰਦਾ। ਇਹ ਪੂਰੀ 50 ਦੀ 50 ਸਟੇਟਾਂ 'ਚ ਉੱਥੇ ਤੁਹਾਡਾ ਫ੍ਰੀ ਇਲਾਜ ਵੀ ਹੋ ਸਕਦਾ ਔਰ ਤੁਹਾਨੂੰ ਕੁਛ ਪੇਮੈਂਟ ਦੇਣੀ ਪੈਂਦੀ ਹੈ, ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਦੇ ਉੱਤੇ।
ਇਸ ਤੋਂ ਇਲਾਵਾ ਤੁਹਾਡੇ ਕੋਲ ਜਨਾਬ ਮੁxtਲਿਫ ਸਟੇਟਾਂ ਦੇ ਵਿੱਚ ਚੈਰਿਟੀ ਹਸਪੀਟਲ ਜਿੱਥੇ ਤੁਸੀਂ ਅਗਰ ਕੋਈ ਸਰਜਰੀ ਕਰਵਾਉਣੀ ਹੈ, ਮਸਲਾ ਇਹ ਹੈ ਕਿ ਜਿਹੜੇ ਹੋਪ ਕਲੀਨਿਕ ਨੇ ਜਾਂ ਜਿਹੜੇ ਕਮਿਊਨਿਟੀ ਸੈਂਟਰ ਹੁੰਦੇ ਨੇ, ਇਹਨਾਂ 'ਚ ਲੰਮਾ ਇਲਾਜ ਕਰਾਉਣਾ, ਸਰਜਰੀਆਂ ਕਰਾਉਣਾ ਹਰ ਜਗ੍ਹਾ 'ਤੇ ਅਵੇਲੇਬਲ ਨਹੀਂ ਹੁੰਦਾ, ਬਲਕਿ ਬਹੁਤ ਘੱਟ ਹੁੰਦਾ ਹੈ। ਇਸ ਵਾਸਤੇ ਤੁਹਾਨੂੰ ਸਰਜਰੀ ਵਾਸਤੇ ਤੇ ਹਸਪੀਟਲ ਹੀ ਜਾਣਾ ਪੈਂਦਾ, ਵੱਡੇ ਇਲਾਜ ਵਾਸਤੇ ਹਸਪੀਟਲ ਜਾਣਾ ਪੈਂਦਾ, ਇੰਸ਼ੋਰੈਂਸ ਹੈ ਨਹੀਂ। ਫਿਰ ਇੱਕੋ ਹੀ ਆਪਸ਼ਨ ਆ ਜਾਂਦੀ ਚੈਰਿਟੀ ਹਸਪੀਟਲ। ਚੈਰਿਟੀ ਹਸਪੀਟਲ ਲੱਭਣਾ ਵੀ ਐਡਾ ਆਸਾਨ ਨਹੀਂ ਹੈਗਾ। ਚੈਰਿਟੀ ਹਸਪੀਟਲ 'ਚ ਨਿਊ ਜਰਸੀ ਬਹੁਤ ਮਸ਼ਹੂਰ ਸਟੇਟ ਹੈ, ਉੱਥੇ ਬਹੁਤ ਹੈਗੇ ਨੇ, ਲੇਕਿਨ ਜਗ੍ਹਾ ਜਗ੍ਹਾ 'ਤੇ ਹੈਗੇ ਨੇ, ਹਰ ਸਟੇਟ 'ਚ ਹੁੰਦੇ ਨੇ, ਲੇਕਿਨ ਐਡਾ ਈਜ਼ੀ ਨਹੀਂ ਹੈਗਾ। ਇਸ ਵਾਸਤੇ ਹੁਣ ਸਾਰੀਆਂ ਆਪਸ਼ਨਾਂ ਜਦੋਂ ਤੁਸੀਂ ਸੁਣ ਲਈਆਂ ਨੇ ਤੇ ਹੁਣ ਤੁਹਾਨੂੰ ਇੱਕ ਗੱਲ ਦੀ ਸਮਝ ਲੱਗ ਗਈ। ਅੱਛਾ, ਇਹਦੇ 'ਚ ਅਰਜੈਂਟ ਕੇਅਰ ਵੀ ਹੈਗੇ ਨੇ, ਉੱਥੇ ਤੁਸੀਂ 50, 60, 70 ਜੋ ਵੀ ਫੀਸ ਅੱਜ ਕੱਲ੍ਹ ਚੱਲ ਰਹੀ ਉਹ ਦੇ ਕੇ ਆਪਣਾ ਆਰਜ਼ੀ ਇਲਾਜ ਕਰਾ ਸਕਦੇ ਹੋ। ਹੁਣ ਇਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਸਮਝ ਲੱਗ ਗਈ ਕਿ ਬਗੈਰ ਮੈਡੀਕਲ ਇੰਸ਼ੋਰੈਂਸ ਤੋਂ ਸਰਵਾਈਵਲ ਬੜਾ ਮੁਸ਼ਕਲ ਹੈ। ਬਿਮਾਰੀ ਤਾਂ ਸਭ ਦੇ ਨਾਲ ਲੱਗੀ ਹੈ, ਇਸ ਵਾਸਤੇ ਇਹਦੇ 'ਤੇ ਕੰਮ ਕਰੋ। ਜਿਹੜਾ ਵੀ ਜਿਹਦੇ 'ਚ ਵੀ ਤੁਸੀਂ ਫਿੱਟ ਹੋ ਸਕਦੇ ਹੋ ਉਹਨੂੰ ਲਵੋ, ਨਹੀਂ ਤਾਂ ਜ਼ਿੰਦਗੀ ਮੁਸ਼ਕਲ ਹੈ। ਤੁਸੀਂ ਮੌਕੇ ਦਾ ਇੰਤਜ਼ਾਰ ਕਰੋਗੇ ਜੀ, ਜਦੋਂ ਹੋਏਗਾ ਦੇਖੀ ਜਾਏਗੀ। ਉਹ ਫਿਰ ਮੌਕਾ ਤਾਂ ਕਿਸੇ ਨਾਲ ਵੀ ਆ ਸਕਦਾ, ਕੁਛ ਨਹੀਂ ਹੋਏਗਾ ਤਾਂ ਕਮ ਸੇ ਕਮ ਦੰਦ ਦਰਦ ਤੇ ਹੋ ਜਾਂਦਾ ਹੈ। ਦੰਦ ਵਾਸਤੇ ਜਦੋਂ ਤੁਸੀਂ ਜਾਂਦੇ ਹੋ ਤੇ ਇੰਸ਼ੋਰੈਂਸ ਨਹੀਂ ਹੈਗੀ ਤਾਂ ਕਿੰਨੇ ਪੈਸੇ ਲੈ ਲੈਂਦੇ ਨੇ, ਇੰਸ਼ੋਰੈਂਸ ਵਾਲਿਆਂ ਕੋਲ ਪੈਸੇ ਲੈ ਲੈਂਦੇ ਨੇ। ਤੇ ਇਸ ਵਾਸਤੇ ਤੁਸੀਂ ਪਲੀਜ਼ ਇਹਦੇ 'ਤੇ ਕੰਮ ਕਰੋ। ਇਹ ਸਭ ਤੋਂ ਇੰਪੋਰਟੈਂਟ ਕੰਮ ਜੇ, ਕਿਉਂਕਿ ਇਨਸਾਨ ਦੇ ਨਾਲ ਬਿਮਾਰੀ ਲੱਗੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।